ਸਰ ਪਹਿਲਾਂ ਤਾਂ ਦੇਖੋ ਕੰਮ ਬੋਲਦਾ ਹੈ ਕਿ ਕੀ ਬੋਲਦਾ ਹੈ ਜੇ ਇਹੋ ਜਿਹੇ ਇਸ਼ਤਿਹਾਰ ਦਿੱਤੇ ਆ ਸਾਨੂੰ ਤਾਂ ਹਾਸਾ ਹੀ ਆਉਂਦਾ ਨਹੀਂ ਕਿਹੜੇ ਪਹਿਲਾਂ ਤਾਂ ਜਾਂ ਤਾਂ ਕਿਆ ਕਰਨ ਨਾ ਇਹ ਇਹਨਾਂ ਨੇ ਨਾ ਇੱਕ ਸਲੋਗਨ ਬਣਾਇਆ ਹੋਇਆ ਹੈ ਜਦੋਂ ਤੁਸੀਂ ਇਹਨਾਂ ਨੂੰ ਕੋਈ ਸਵਾਲ ਕਰੋਗੇ ਨਾ ਪੱਤਰਕਾਰ ਵੀ ਜਾਂ ਵਿਰੋਧੀ ਵੀ ਇਹ ਕੀ ਕਰਦੇ ਆ ਕੋਈ ਵੀ ਚੀਜ਼ ਨੂੰ 70 ਸਾਲ ਪਿੱਛੇ ਲੈ ਜਾਂਦੇ ਆ ਕਿਉਂਕਿ ਇਹਨਾਂ ਕੋਲ ਕੋਈ ਜਵਾਬ ਹੁੰਦਾ ਨਹੀਂ ਹੈ ਜੋ ਪ੍ਰੈਜ਼ੈਂਟ ਸਿਨੈਰੀਓ ਆ ਸਾਨੂੰ ਉਹਦੇ 'ਚ ਜੀਣਾ ਚਾਹੀਦਾ ਹੈ ਫਿਊਚਰ ਦਾ ਸੋਚਣਾ ਚਾਹੀਦਾ ਹੈ ਜਦੋਂ ਆਪਾਂ ਬਾਰ-ਬਾਰ 70 ਸਾਲ ਵਾਲੀ ਪਿੱਛੇ ਵਾਲੀ ਚੀਜ਼ ਨੂੰ ਫੜੀ ਰੱਖਾਂਗੇ ਅਸੀਂ ਅੱਗੇ ਕਦੋਂ ਜਾਵਾਂਗੇ ਇਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਵੀ ਉਹਨਾਂ ਨੇ ਕਿਹਾ ਕਿ ਸਿਸੋਦੀਆ ਜਿਹੜੇ ਨੇ ਸਾਡੇ ਭਗਤ ਸਿੰਘ ਨੇ। ਭਗਤ ਸਿੰਘ ਨੇ ਸ਼ਰਮ ਨਹੀਂ ਆਈ ਇਹਨਾਂ ਨੂੰ ਇਹ ਬਿਆਨ ਦਿੰਦਿਆਂ ਹੋਇਆ ਕਿ ਭਗਤ ਸਿੰਘ ਦਾ ਰੁਤਬਾ ਇੱਕ ਪਾਸੇ ਤਾਂ ਐਡਾ ਮਹਾਨ ਕਰਦੇ ਨੇ ਤੇ ਇੱਕ ਪਾਸੇ ਮਨੀਸ਼ ਸਿਸੋਦੀਆ ਮਤਲਬ ਸਮਝ ਲਓ ਕਿ ਭਗਤ ਸਿੰਘ ਕੋਈ ਸ਼ਰਾਬ ਮਾਫੀਆ ਦੇ ਵਿੱਚ ਫੜਿਆ ਜਾਵੇ ਤੇ ਬੜੀ ਸੋਹਣੀ ਗੱਲ ਲੱਗੇਗੀ ਲੋਕਾਂ ਨੂੰ ਇਹ ਭਾਵਨਾਵਾਂ ਨੂੰ ਠੇਸ ਨਹੀਂ ਆ ਇਹ ਅੱਜ ਨਸ਼ਾ ਜਿਹੜਾ ਹੋਮ ਡਿਲੀਵਰੀ ਹੋ ਰਹੀ ਹੈ ਤੁਸੀਂ ਫੋਨ ਕਰੋ ਨਸ਼ਾ ਜਿਹੜੀ ਜਗ੍ਹਾ ਤੇ ਕਹੋਗੇ ਬੰਦਾ ਉੱਥੇ ਦੇ ਕੇ ਜਾਂਦਾ ਹੈ ਇੱਥੋਂ ਤੱਕ ਅਸੀਂ ਸੁਣ ਰਹੇ ਆ ਇੰਨਾ ਗਰਕਿਆ ਪੰਜਾਬ ਪਹਿਲਾਂ ਕਦੀ ਨਹੀਂ ਸੀ ਰਹੀ ਗੱਲ ਕਿ ਜਿਹੜਾ ਸਾਡੇ ਤੇ ਤੋਹਮਤ ਲਾਉਂਦੇ ਆ ਦੇਖੋ ਮੈਂ ਸਿੱਧੀ ਜੀ ਗੱਲ ਕਰਨੀ ਆ ਜਦੋਂ ਕਿਸੇ ਦੀ ਬਰਾਬਰੀ ਨਹੀਂ ਨਾ ਹੁੰਦੀ ਤੇ ਇੱਕੋ ਇੱਕ ਹਥਿਆਰ ਹੁੰਦਾ ਉਹਨੂੰ ਬਦਨਾਮ ਕਰੋ ਇਹ ਸਾਨੂੰ ਬਦਨਾਮ ਕਰਨ ਦਾ ਤਰੀਕਾ ਹੀ ਇਹਨਾਂ ਦੇ ਕੋਲ ਇੱਕ ਇਹ ਸੀ ਕਿ ਨਸ਼ੇ ਤੇ ਜਾਂ ਫਿਰ ਧਰਮ ਦੀ ਬੇਅਦਬੀ ਉਹ ਜਿਹੜੀ ਇਹਨਾਂ ਨੇ ਇੱਕ ਬਣਾ ਰੱਖਿਆ ਇਸ਼ੂ ਹੁਣ ਤੱਕ ਦਾ ਸਿਰਫ ਇਹਨਾਂ ਦੋ ਮੁੱਦਿਆਂ ਤੇ ਇਹਨਾਂ ਨੇ ਸਿਆਸਤ ਕਰਕੇ ਸਰਕਾਰ ਬਣਾਈ ਹੈ ਜੇ ਕੋਈ ਤੀਜੇ ਮੁੱਦੇ ਤੇ ਇਹਨਾਂ ਨੇ ਕਦੀ ਗੱਲ ਕੀਤੀ ਹੈ ਤੇ ਦੱਸੋ ਕਦੀ ਇਹਨਾਂ ਦੇ ਕੋਲ ਕੋਈ ਤੀਸਰੀ ਗੱਲ ਨਹੀਂ ਹੋਈ ਕਰਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 7 ਮਹੀਨੇ ਪੂਰੇ ਹੋ ਚੁੱਕੇ ਨੇ ਤਾਂ 7 ਮਹੀਨੇ ਬੇਮਿਸਾਲ ਸਰਕਾਰ ਦੀ ਗੱਲ ਆਖੀ ਗਈ ਹੈ ਤਾਂ ਸਾਡੇ ਨਾਲ ਅੱਜ ਯੂਥ ਅਕਾਲੀ ਆਗੂ ਰੂਪ ਕੌਰ ਸੰਧੂ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ ਨਾਲ ਹੀ ਨਾਲ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਮੈਮ 7 ਸਾਲ ਬੇਮਿਸਾਲ ਕੰਮ ਬੋਲਦਾ ਸਰ ਪਹਿਲਾਂ ਤਾਂ ਦੇਖੋ ਕੰਮ ਬੋਲਦਾ ਹੈ ਕਿ ਕੀ ਬੋਲਦਾ ਹੈ ਜੇ ਇਹੋ ਜਿਹੇ ਇਸ਼ਤਿਹਾਰ ਦਿੱਤੇ ਆ ਸਾਨੂੰ ਤਾਂ ਹਾਸਾ ਹੀ ਆਉਂਦਾ ਖੈਰ ਕੰਮ ਇਹਨਾਂ ਦਾ ਕੀ ਬੋਲਦਾ ਹੈ ਦੇਖੋ ਕਿ ਹਰ ਪਾਸੇ ਇਹਨਾਂ ਦੇ ਧਰਨੇ ਲੱਗ ਰਹੇ ਆ ਕਿਹੜੀ ਥਾਂ ਹੈ ਜਿੱਥੇ ਧਰਨੇ ਨਹੀਂ ਲੱਗ ਰਹੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਹਿ ਲਓ ਕਿਸਾਨਾਂ ਦਾ ਐਡਾ ਵੱਡਾ ਜਿਵੇਂ ਕਿਸਾਨੀ ਅੰਦੋਲਨ ਵਾਲੇ ਲੱਗਾ ਸੀਗਾ ਧਰਨਾ ਉਸੇ ਤਰ੍ਹਾਂ ਦਾ ਧਰਨਾ ਉੱਥੇ ਲੱਗਿਆ ਹੋਇਆ ਹੈ ਕਿਹੜੀ ਜਗ੍ਹਾ ਹੈ ਜਿੱਥੇ ਇਹਨਾਂ ਦੇ ਜਿਹੜੇ ਐਮਐਲਏਜ਼ ਨੇ ਉਹਨਾਂ ਦੇ ਵਿੱਚ ਕਰਪਸ਼ਨ ਜਾਂ ਕਹਿ ਲਓ ਕਿ ਕੁਝ ਵੀ ਇਤਰਾਜ਼ਯੋਗ ਜਿਹੜਾ ਕਿ ਇਹ ਕਰ ਰਹੇ ਨੇ ਕਿਸੇ ਦੇ ਕੋਈ ਪਰਸਨਲ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿਸੇ ਐਮਐਲਏ ਦੀਆਂ ਕਿਸੇ ਦੇ ਰਿਕਾਰਡਿੰਗਾਂ ਲੀਕ ਹੋ ਰਹੀਆਂ ਨੇ ਕੋਈ ਕਿਤੇ ਪੈਸੇ ਲੈਂਦਾ ਫੜਿਆ ਜਾ ਰਿਹਾ ਹੈ ਕਿੰਨਾ ਕੁਛ ਇਹਨਾਂ ਦੇ ਸਾਹਮਣੇ ਇਹ ਖੁਦ ਹੀ ਆਪਣਾ ਚਿਹਰਾ ਨੰਗਾ ਕਰ ਰਹੇ ਆ ਵਿਰੋਧੀਆਂ ਨੂੰ ਤਾਂ ਮੈਂ ਕਹਿੰਨੀ ਇਸ ਵਾਰ ਬਹੁਤਾ ਕੰਮ ਕਰਨ ਦੀ ਲੋੜ ਨਹੀਂ ਪੈ ਰਹੀ ਇਹ ਖੁਦ ਹੀ ਆਪਣੀਆਂ ਚੀਜ਼ਾਂ ਨਸ਼ਰ ਕਰ ਰਹੇ ਨੇ ਕਹਿੰਦੇ ਵਿਰੋਧੀਆਂ ਨੇ ਤੇ ਘਪਲੇ ਕੀਤੇ ਸੀ ਅਸੀਂ ਉਹਨਾਂ ਦੇ ਘਪਲੇ ਉਜਾਗਰ ਕਰ ਰਹੇ ਹਾਂ ਜੀ ਸਾਡਾ ਤੇ ਕੰਮ ਹੀ ਇਹੋ ਹੀ ਹੈ ਨਹੀਂ ਵਿਰੋਧੀਆਂ ਨੇ ਘਪਲੇ ਕੀਤੇ ਘਪਲੇ ਤੇ ਆਪਣੇ ਉਜਾਗਰ ਕਰ ਰਹੇ ਨੇ ਜਿਹੜਾ ਸਿੰਗਲਾ ਜੀ ਮੰਤਰੀ ਨੇ ਇਹ ਵਿਰੋਧੀਆਂ ਦੇ ਮੰਤਰੀ ਨੇ ਇਹ ਤਾਂ ਆਮ ਆਦਮੀ ਪਾਰਟੀ ਦੇ ਹੀ ਮੰਤਰੀ ਨੇ ਤੇ ਇਹਨਾਂ ਦੇ ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਕੋਈ ਵੀਡੀਓ ਰਿਕਾਰਡਿੰਗ ਆਈ ਹੈ ਇਹਨਾਂ ਦੇ ਰਿਸ਼ਵਤ ਲੈਂਦਿਆਂ ਦੀ ਤੇ ਘਪਲੇ ਤਾਂ ਖੁਦ ਦੇ ਇਹ ਬਾਹਰ ਕੱਢ ਰਹੇ ਨੇ ਅਸੀਂ ਤਾਂ ਕੁਝ ਕਰ ਹੀ ਨਹੀਂ ਰਹੇ ਇਹਦੇ 'ਚ ਪਰ ਉਹ ਕਹਿੰਦੇ ਜੀ ਪਿਛਲੇ 10-15 ਸਾਲਾਂ 'ਚ ਜੋ ਅਕਾਲੀ ਦਲ ਜਾਂ ਕਾਂਗਰਸ ਵੱਲੋਂ ਜੋ ਬੁਰੇ ਕੰਮ ਕੀਤੇ ਗਏ ਉਹਦਾ ਹਰਜਾਨਾ ਜਿੰਨਾ ਜ਼ਿਆਦਾ ਹੈਗਾ ਕਿ ਸਾਨੂੰ ਰਿਕਵਰੀ ਹੋਣ 'ਚ ਵੀ ਟਾਈਮ ਲੱਗ ਰਿਹਾ ਨਹੀਂ ਕਿਹੜੇ ਪਹਿਲਾਂ ਤਾਂ ਜਾਂ ਤਾਂ ਕਿਆ ਕਰਨ ਨਾ ਇਹ ਇਹਨਾਂ ਨੇ ਨਾ ਇੱਕ ਸਲੋਗਨ ਬਣਾਇਆ ਹੋਇਆ ਹੈ ਜਦੋਂ ਤੁਸੀਂ ਇਹਨਾਂ ਨੂੰ ਕੋਈ ਸਵਾਲ ਕਰੋਗੇ ਨਾ ਪੱਤਰਕਾਰ ਵੀ ਜਾਂ ਵਿਰੋਧੀ ਵੀ ਇਹ ਕੀ ਕਰਦੇ ਆ ਕੋਈ ਵੀ ਚੀਜ਼ ਨੂੰ 70 ਸਾਲ ਪਿੱਛੇ ਲੈ ਜਾਂਦੇ ਆ ਕਿਉਂਕਿ ਇਹਨਾਂ ਕੋਲ ਕੋਈ ਜਵਾਬ ਹੁੰਦਾ ਨਹੀਂ ਹੈ ਜੋ ਪ੍ਰੈਜ਼ੈਂਟ ਸਿਨੈਰੀਓ ਸਾਨੂੰ ਉਹਦੇ 'ਚ ਜੀਣਾ ਚਾਹੀਦਾ ਹੈ ਫਿਊਚਰ ਦਾ ਸੋਚਣਾ ਚਾਹੀਦਾ ਹੈ ਜਦੋਂ ਆਪਾਂ ਬਾਰ-ਬਾਰ 70 ਸਾਲ ਵਾਲੀ ਪਿੱਛੇ ਵਾਲੀ ਚੀਜ਼ ਨੂੰ ਫੜੀ ਰੱਖਾਂਗੇ ਅਸੀਂ ਅੱਗੇ ਕਦੋਂ ਜਾਵਾਂਗੇ ਇਹ ਤਾਂ ਬਦਲਾਅ ਲੈ ਕੇ ਆਏ ਸੀ ਨਾ ਤੇ ਜਦੋਂ ਹਰ ਵਾਰੀ ਪੁਰਾਣੀਆਂ ਸਰਕਾਰਾਂ ਨੂੰ ਮਿਹਣੇ ਦੇਣੇ ਆ ਤਾਨੇ ਦੇਣੇ ਆ ਇਹ ਤੇ ਫਿਰ ਪੁਰਾਣੀਆਂ ਸਰਕਾਰਾਂ ਵੀ ਇੱਕ ਦੂਜੇ ਨੂੰ ਕਰਦੀਆਂ ਰਹੀਆਂ ਨੇ ਤੁਸੀਂ ਨਵਾਂ ਕੀ ਕਰ ਰਹੇ ਹੋ ਹੈਨਾ ਤੇ ਇਹਨਾਂ ਨੂੰ ਇਹ ਸਵਾਲ ਕਰੋ ਵੀ ਤੁਸੀਂ ਆਪਣੀ ਗੱਲ ਕਰੋ ਵਿਰੋਧੀ ਤਾਂ ਹੁਣ ਜੇ ਇੰਨੇ ਮਾੜੇ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਘਰਾਂ 'ਚ ਬੈਠੇ ਨੇ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕੋਈ ਇਤਰਾਜ਼ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਹੁਣ ਲੋਕਾਂ ਨੇ 27 'ਚ ਘਰੇ ਬਿਠਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਉਹ ਤਾਂ ਪਤਾ ਨਹੀਂ ਹੁਣ 4 ਸਾਲ ਬੱਚੇ ਜਿਹੜੇ ਆ ਲੋਕਾਂ ਨੇ ਕਿਤਰਾ ਇਹਨਾਂ ਨੂੰ ਬਰਦਾਸ਼ਤ ਕਰਨਾ ਹੈ ਜੋ ਇਹਨਾਂ ਨੇ ਹਾਲ ਕਰ ਦਿੱਤਾ ਹੈ ਪੰਜਾਬ ਦੇ ਲੋਕਾਂ ਦਾ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਇਸ ਵੇਲੇ ਇੱਕ ਸਭ ਤੋਂ ਵੱਡਾ ਨਾਮ ਜਿਹੜਾ ਸਾਹਮਣੇ ਆ ਰਿਹਾ ਅੰਮ੍ਰਿਤਪਾਲ ਸਿੰਘ ਉਹਦੀ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਨੌਜਵਾਨ ਆਗੂ ਹੈ ਮੈਂ ਉਹਨੂੰ ਮੈਂ ਨਹੀਂ ਕਹੂੰਗੀ ਕਿ ਕੋਈ ਉਹਦੀ ਗਲਤ ਸੋਚ ਹੈ ਜਾਂ ਕੁਝ ਹੈ ਹਰ ਕਿਸੇ ਨੂੰ ਮਤਲਬ ਫਰੀडम ਆਫ ਸਪੀਚ ਹੈ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਜਿਹੜੀਆਂ ਚੀਜ਼ਾਂ ਕਰਨ ਦਾ ਉਹ ਉਹੀ ਗੱਲਾਂ ਕਰ ਰਹੇ ਨੇ ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਜੇ ਉਹ ਮੁੰਡਾ ਕਹਿ ਰਿਹਾ ਹੈ ਕਿ ਨਸ਼ੇ ਛੱਡ ਕੇ ਅੰਮ੍ਰਿਤਪਾਨ ਕਰੋ ਅੰਮ੍ਰਿਤ ਛਕੋ ਮੈਂ ਕਹਿੰਦੀ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ ਕਿ ਜਿਸ ਤਰੀਕੇ ਨਾਲ ਭਗਵਾਨ ਯੀਸ਼ੂ ਮਸੀਹ ਬਾਰੇ ਉਹਨਾਂ ਵੱਲੋਂ ਕੀਤਾ ਗਿਆ ਤੇ ਅੱਜ ਵੀ ਇੱਕ ਬਹੁਤ ਵੱਡਾ ਧਰਨਾ ਜਿਹੜਾ ਹੈ ਜਲੰਧਰ ਵਿਖੇ ਲੱਗਾ ਉਹਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਇੱਕ ਗੱਲ ਮੈਂ ਸਾਫ਼ ਤੌਰ ਤੇ ਕਹਿਣਾ ਚਾਹੂੰਗੀ
ਕਿ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਕਿ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਇਸ ਤਰੀਕੇ ਨਾਲ ਕਿ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਕਰਵਾਇਆ ਹੈ। ਜਿਹੜੇ ਪਿੰਡਾਂ ਦੇ ਵਿੱਚ ਈਸਾਈ ਭਾਈਚਾਰੇ ਦੇ ਲੋਕ ਜਿਹੜੇ ਨੇ ਇਹ ਸੋ ਕਾਲਡ ਪਾਸਟਰ ਨੇ ਜਿਹੜੇ ਆ ਜਾਦੂ ਦਿਖਾ ਕੇ ਕਰਦੇ, ਜਿਹੜੇ ਕਿ ਖੁਦ ਇਹਨਾਂ ਦੀ ਕਮਿਊਨਿਟੀ ਨਹੀਂ ਕਿਹਾ ਹੈ ਕਿ ਇਹਨਾਂ ਦਾ ਨਾਲ ਮਤਲਬ ਨਾ ਕਰੋ, ਮਤਲਬ ਇਹਨਾਂ ਦਾ ਸਪੋਰਟ ਨਾ ਕਰੋ, ਹੈ ਨਾ। ਤੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ। ਤੇ ਜੇ ਕਿਤੇ ਇਹੋ ਜਿਹਾ ਉਪਰਾਲਾ ਕੋਈ ਮੈਂ ਕਹਿੰਦੀ ਆ ਕਰ ਰਿਹਾ ਹੈ ਕਿ ਇਹਨਾਂ ਨੂੰ ਰੋਕੋ, ਜ਼ਬਰਦਸਤੀ ਲਾਲਚ ਦੇ ਕੇ ਕਿਸੇ ਦਾ ਧਰਮ ਬਦਲਾਣਾ, ਸਿੱਖਾਂ ਨੇ ਕਦੀ ਇਦਾਂ ਨਹੀਂ ਕੀਤਾ। ਈਸਾਈ ਭਾਈਚਾਰੇ ਨੂੰ ਵੀ ਇਹਦਾ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਵੀ ਜੇ ਤੁਹਾਡੇ ਕੋਲ ਇੰਨੀ ਵਧੀਆ ਨੌਲੇਜ ਹੈ ਈਸਾ ਮਸੀਹ ਦੀ, ਤੁਸੀਂ ਉਹਨੂੰ ਸਪਰੈਡ ਕਰੋ ਕਿ ਲੋਕੀ ਆਪੇ ਜੁੜਨ। ਤੁਸੀਂ ਕਿਸੇ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਨਾ ਕਰੋ। ਇਹ ਚੀਜ਼ ਦਾ ਤਾਂ ਮੈਂ ਵੀ ਵਿਰੋਧ ਕਰੂੰਗੀ ਕਿ ਇਹ ਚੀਜ਼ ਗਲਤ ਹੈ। ਬਾਕੀ ਅੰਮ੍ਰਿਤਪਾਲ ਹੋਣਾ ਵੱਲੋਂ ਜਿਹੜਾ ਭਗਵਾਨ ਯੀਸ਼ੂ ਮਸੀਹ ਬਾਰੇ ਇਸ ਤਰ੍ਹਾਂ ਦਾ ਕਹਿਣਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਇਸ ਤਰ੍ਹਾਂ ਦੇ ਹਾਰਸ਼ ਵਰਡ ਯੂਜ਼ ਕਰਨਾ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਦੇਖੋ, ਜਿੱਥੇ ਗਲਤ ਚੀਜ਼ ਹੈ ਆਪਾਂ ਗਲਤ ਕਵਾਂਗੇ, ਠੀਕ ਹੈ। ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਭਾਵੇਂ ਇੱਕ ਇੱਥੇ ਦਰਖਤ ਥੱਲੇ ਇੱਕ ਪੱਥਰ ਰੱਖ ਦੋ, ਉਹਨੂੰ ਉਹਦੇ 'ਚ ਵੀ ਜੇ ਕਿਸੇ ਦੀ ਸੱਚੀ ਸ਼ਰਧਾ ਹੈ ਕਿ ਉਹਨੂੰ ਵੀ ਉਹਦੇ 'ਚ ਰੱਬ ਦਿਖਦਾ ਹੈ, ਆਪਾਂ ਨੂੰ ਉਹਦਾ ਵੀ ਹੱਕ ਨਹੀਂ ਬਣਦਾ ਕਿ ਅਸੀਂ ਉਹਨੂੰ ਕਹੀਏ ਜਿੰਨੀ ਦੇਰ ਕੋਈ ਆਪਣੀ ਮਰਜ਼ੀ ਨਾ ਕਰ ਰਿਹਾ। ਜੇ ਤੁਸੀਂ ਜ਼ਬਰਦਸਤੀ ਕਿਸੇ ਤੇ ਥੋਪ ਰਹੇ ਹੋ ਜਾਂ ਉਹਦੇ ਕੋਲ ਕੋਈ ਕਰਵਾ ਰਿਹਾ ਹੈ, ਫਿਰ ਤਾਂ ਕੋਈ ਗੱਲ ਹੈ। ਪਰ ਜੇ ਕੋਈ ਆਪਣੀ ਮਰਜ਼ੀ ਨਾਲ ਆਪਣੇ ਰੱਬ ਨੂੰ ਮੰਨ ਰਿਹਾ ਜਿਹਦੇ 'ਚ ਉਹਨੂੰ ਲੱਗਦਾ, ਤੇ ਉੱਥੇ ਮੈਂ ਕਹਿੰਦੀ ਇਹ ਇਤਰਾਜ਼ਯੋਗ ਟਿੱਪਣੀ ਤੋਂ ਉਹਨਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਹੈ। ਪੜ੍ਹਿਆ ਲਿਖਿਆ ਨੌਜਵਾਨ ਹੈ, ਬੜੀ ਨੌਲੇਜ ਹੈ, ਤੇ ਆਪਣਾ ਸਿੱਖੀ ਦਾ ਜੇ ਪ੍ਰਚਾਰ ਕਰ ਰਿਹਾ ਤੇ ਸਿੱਖੀ ਵੱਲ ਧਿਆਨ ਦੇਵੇ ਕਿ ਇਹਨਾਂ ਚੀਜ਼ਾਂ ਤੋਂ ਥੋੜਾ ਉਹਨਾਂ ਨੂੰ ਬਚਣਾ ਚਾਹੀਦਾ ਹੈ। ਰਾਜਨੀਤੀ ਦੇ ਗੱਲ ਕਰ ਲਈਏ ਤਾਂ ਪਾਰਟੀ ਕਹਿ ਰਹੀ ਹੈ ਕਿ ਸਾਡੀ ਉਪਲਬਧੀਆਂ ਬਹੁਤ ਨੇ ਤੇ ਸਰਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਨਹੀਂ ਦੇਖੋ, ਕੱਲ ਪਰਸੋਂ ਜਿਹੜਾ ਰਿਸੈਪਸ਼ਨ ਪਾਰਟੀ ਸੀਗੀ ਐਮਐਲਏ ਨਰਿੰਦਰ ਕੌਰ ਪਰਾਜ ਦੀ, ਸਰਾਰੀ ਸਾਹਿਬ ਉੱਥੇ ਪਹਿਲੀਆਂ 'ਚ ਪਹੁੰਚੇ ਹੋਏ ਆ, ਮੁੱਖ ਮੰਤਰੀ ਸਾਹਿਬ ਨਾਲ ਨੇ, ਅਰਵਿੰਦ ਕੇਜਰੀਵਾਲ ਜਿਹੜੇ ਇਨਕਲਾਬ ਦੇ ਮਸੀਹਾ ਨੇ, ਇਮਾਨਦਾਰੀ ਦੀ ਮਿਸਾਲ ਨੇ, ਹੈ ਨਾ, ਭਗਤ ਸਿੰਘ ਤੱਕ ਆਪਣੇ ਆਪ ਨੂੰ ਇਹ ਤਾਂ ਕਹੀ ਜਾਂਦੇ ਨੇ। ਉਹਨਾਂ ਨੇ ਕਹਿ ਦਿੱਤਾ ਕਿ ਅੱਜ ਵੀ ਉਹਨਾਂ ਨੇ ਕਿਹਾ ਕਿ ਸਿਸੋਦੀਆ ਜਿਹੜੇ ਨੇ ਸਾਡੇ ਭਗਤ ਸਿੰਘ ਨੇ। ਭਗਤ ਸਿੰਘ ਨੇ ਸ਼ਰਮ ਨਹੀਂ ਆਈ ਇਹਨਾਂ ਨੂੰ ਇਹ ਬਿਆਨ ਦਿੰਦੇ ਹੋਇਆ ਕਿ ਭਗਤ ਸਿੰਘ ਨੇ, ਭਗਤ ਸਿੰਘ ਦਾ ਰੁਤਬਾ ਇੱਕ ਪਾਸੇ ਤਾਂ ਐਡਾ ਮਹਾਨ ਕਰਦੇ ਨੇ ਤੇ ਇੱਕ ਪਾਸੇ ਮਨੀਸ਼ ਸਿਸੋਦੀਆ, ਮਤਲਬ ਸਮਝ ਲਓ ਕਿ ਭਗਤ ਸਿੰਘ ਕੋਈ ਸ਼ਰਾਬ ਮਾਫੀਆ ਦੇ ਵਿੱਚ ਫੜਿਆ ਜਾਵੇ ਤੇ ਬੜੀ ਸੋਹਣੀ ਗੱਲ ਲੱਗੇਗੀ, ਲੋਕਾਂ ਨੂੰ ਇਹ ਭਾਵਨਾਵਾਂ ਨੂੰ ਠੇਸ ਨਹੀਂ ਆ। ਇਹ ਜਿਹੜੇ ਇਨਕਲਾਬ ਦੀ ਗੱਲ ਕਰਦੇ ਆ ਜਾਂ ਜਿਹੜੇ ਆਮ ਲੋਕ ਭਗਤ ਸਿੰਘ ਦੇ ਲੋਕੀ ਫੈਨ ਨੇ, ਇਹ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਿਹਾ ਕਿ ਜਨਾ ਖਨਾ ਇਦਾਂ ਥੋੜੀ ਕਿ ਚਲੋ ਤੁਸੀਂ ਪੱਗਾਂ ਬੰਨੀਆਂ ਨੇ ਬੇਸ਼ੱਕ ਉਸ ਰੰਗ ਦੀਆਂ ਇਨਕਲਾਬ ਵਾਲੀਆਂ, ਤੇ ਤੁਸੀਂ ਆਪਣੇ ਆਪ ਨੂੰ ਭਗਤ ਸਿੰਘ ਹੀ ਕਹਿ ਲਓ। ਭਗਤ ਸਿੰਘ ਵਾਲੇ ਕੰਮ ਕਰੋ, ਰੱਸਾ ਚੁੰਮੋ, ਫਿਰ ਫਾਂਸੀ ਤੇ ਆਓ ਅੱਗੇ। ਇਹਦਾ ਮਤਲਬ ਇਹ ਨਹੀਂ ਵੀ ਅਸਲ 'ਚ ਫਾਂਸੀ 'ਚ ਆ ਜਾਓ। ਕਹਿਣ ਦਾ ਮਤਲਬ ਕਿ ਤੁਸੀਂ ਸੰਘਰਸ਼ ਕਰੋ, ਆਪਣੇ ਮੰਤਰੀਆਂ ਨੂੰ ਤਾਂ ਤੁਸੀਂ ਬਚਾ ਰਹੇ ਹੋ। ਉਹ ਕਹਿੰਦੇ ਸੀ ਸੰਘਰਸ਼ ਕਰ ਰਹੇ ਆ ਤੇ ਸਰਕਾਰਾਂ ਸਾਨੂੰ ਸੰਘਰਸ਼ ਕਰਨ ਨਹੀਂ ਦਿੰਦੀਆਂ, ਤੇ ਇਸ ਕਰਕੇ ਅਸੀਂ ਆਪਣੇ ਨੂੰ ਹੁਣ ਭਗਤ ਸਿੰਘ ਦੇ ਹਾਣੀ ਬਣਾ ਕੇ ਕੰਮ ਕਰ ਰਹੇ ਹਾਂ। ਕਿਹੜੀਆਂ ਸਰਕਾਰਾਂ ਸੰਘਰਸ਼? ਭਾਜਪਾ ਕਹਿੰਦੇ ਜੀ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੀ, ਉਹਨਾਂ ਦੀ ਸਰਕਾਰ ਦੀ ਪਾਲਿਸੀਜ਼ ਨੂੰ ਨਹੀਂ ਅੱਗੇ ਵਧਣ ਦਿੰਦੀ, ਜਿਸ ਕਰਕੇ ਹੁਣ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਭਗਤ ਸਿੰਘ ਵਕਨ ਕੰਮ ਕਰਾਂਗੇ, ਔਰ ਭਗਤ ਸਿੰਘ ਨਾਲ ਕੰਪੈਰੀਜ਼ਨ ਵੀ ਕੀਤਾ। ਨਹੀਂ ਦੇਖੋ, ਪਹਿਲਾਂ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਨਾ, ਇੱਥੇ ਸਰਕਾਰ ਕਿਸ ਦੀ ਹੈ? ਆਮ ਆਦਮੀ ਪਾਰਟੀ ਦੀ ਹੈ। ਤੇ ਸਰਕਾਰ ਨੂੰ ਕੰਮ ਕਰਨ ਤੋਂ ਰੋਕ ਕੌਣ ਰਿਹਾ? ਪਹਿਲਾਂ ਤਾਂ ਇਹਨਾਂ ਕੋਲ ਇਹੀ ਇੱਕ ਬਹਾਨੇ ਹੁੰਦੇ ਸੀ ਸਾਰੀ ਟਾਈਮ ਕਿ ਸਾਨੂੰ ਸਰਕਾਰਾਂ ਆਹ ਕਰਦੀਆਂ, ਧੱਕੇ ਕਰਦੀਆਂ ਨੇ। ਇਹ ਵੀ ਖੁਦ ਧਰਨੇ ਲਾਉਂਦੇ ਰਹੇ ਨੇ ਪਾ ਕੇ ਚੋਲੇ ਉੱਥੇ ਕਾਲੇ ਰੰਗ ਦੇ। ਹੁਣ ਸਰਕਾਰ ਕਿਸ ਦੀ ਹੈ? ਹੁਣ ਕੌਣ ਰੋਕ ਰਿਹਾ ਇਹਨਾਂ ਨੂੰ? ਜੇ ਕੋਈ ਕੰਮ ਕਰਨਾ ਪੰਜਾਬ 'ਚ ਕਰਨ, ਦਿੱਲੀ ਦੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਦਿੱਲੀ 'ਚ ਕੀ ਕਰ ਰਹੇ ਕੀ ਨਹੀਂ ਕਰ ਰਹੇ। ਇਹ ਤਾਂ ਹੁਣ ਪੋਲੀਟੀਕਲ ਇੱਕ ਸਟੰਟ ਹੈ ਇਹਨਾਂ ਦਾ। ਵੱਖ-ਵੱਖ ਥਾਵਾਂ ਤੇ ਜਿਹੜੀਆਂ ਵੋਟਾਂ ਪੈਣੀਆਂ ਨੇ, ਸਾਡੇ ਮੁੱਖ ਮੰਤਰੀ ਪੰਜਾਬ 'ਚ ਤਾਂ ਦਿਸਦੇ ਹੀ ਨਹੀਂ ਹੈ, ਉਹ ਤਾਂ ਹੁੰਦੇ ਹੀ ਗੁਜਰਾਤ 'ਚ ਨੇ। ਤੇ ਇਸ ਕਰਕੇ ਇਹ ਤਾਂ ਮਤਲਬ ਇਹਨਾਂ ਦੀ ਬੇਬੁਨਿਆਦ, ਇਹਨਾਂ ਨੂੰ ਸੀਰੀਅਸ ਨਾ ਲਓ ਇਹੋ ਜਿਨ੍ਹਾਂ ਦੇ ਬਿਆਨ ਨੂੰ, ਕਿਉਂਕਿ ਜੇ ਇਹਨਾਂ ਦੀ ਨੀਅਤ ਹੋਵੇ ਕੁਝ ਕਰਨ ਦੀ, ਸਰਕਾਰ ਇਹਨਾਂ ਦੀ ਆਪਣੀ ਹੈ। ਡਰੱਗਸ ਦੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਅਕਾਲੀ ਦਲ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਬਲੈਕ ਸਪੌਟ ਲੱਗਾ ਸੀ ਕਿ ਡਰੱਗਸ ਜਿਹੜੇ ਨੇ ਬਹੁਤ ਜ਼ਿਆਦਾ ਹੁੰਦੇ ਨੇ। ਕਾਂਗਰਸ ਵੇਲੇ ਵੀ ਰਿਹਾ, ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਉਹ ਕਹਿੰਦੇ ਸੀ ਨੱਥ ਪਾਤੀ ਹੈ। ਨੱਥ ਪਈ ਹੈ। ਮੈਂ ਖੁਦ ਆਪਣੇ ਵੀਡੀਓ ਸ਼ੇਅਰ ਕੀਤੀ ਹੈ, ਇੱਕ ਕੁੜੀ ਜਿਹੜੀ ਸੀ ਐਮਐਲਏ ਜਿਹੜੀ ਹੈਗੀ ਇਹਨਾਂ ਦੀ ਅੰਮ੍ਰਿਤਸਰ ਪੂਰਬੀ ਦੀ, ਜੀਵਨਜੋਤ ਕੌਰ ਹੈ, ਉਹਨਾਂ ਨੇ ਖੁਦ ਮੰਨਿਆ ਹੈ ਕਿ ਜਿਹੜੀ ਉਹ ਕੁੜੀ ਹੈ ਡਰੱਗਸ ਲੈਂਦੀ ਹੈ ਤੇ ਉਹਨੂੰ ਨਸ਼ਾ ਛਡਾਊ ਕੇਂਦਰ 'ਚ ਛੱਡ ਕੇ ਆਏ ਆ। ਇਹ ਕਿਹਦੀ ਸਰਕਾਰ 'ਚ ਹੋ ਰਿਹਾ ਹੈ? ਇੱਕ ਪਾਸੇ ਕਹਿੰਦੇ ਆ ਸਰਕਾਰਾਂ ਨਸ਼ੇ ਵਿਕਾਰੀਆਂ ਨੇ, ਤੇ ਹੁਣ ਆਪਣੇ ਇਸ ਕਮੈਂਟ ਨੂੰ ਡਿਫੈਂਡ ਕਰਨ। ਸਰਕਾਰ ਕਿਸ ਦੀ ਹੈ? ਨਸ਼ਾ ਕਿਹਦੇ ਕਹਿਣ ਤੇ ਵਿਕ ਰਿਹਾ? ਇਹ ਸਾਰੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ। ਆ ਕਿੰਨੇ ਰੋਜ਼ ਦੇਖ ਰਹੇ ਆ, ਆ ਇੱਕ ਕੇਸ ਨਹੀਂ ਹੈ, ਕਈ ਚੀਜ਼ਾਂ ਤੇ ਦੇਖੋ ਮੀਡੀਆ 'ਚ ਆਉਂਦੀਆਂ ਹੀ ਨਹੀਂ ਆ ਜਿਹੜੀਆਂ ਆਮ ਗਲੀਆਂ ਨੁਕਰਾਂ ਦੇ ਵਿੱਚ ਹੋ ਰਿਹਾ ਨੇ। ਕਿ ਕੋਈ ਕਹਿੰਦੇ ਕਿ ਨਸ਼ਾ ਇੱਧਰ ਵਿਕਦਾ ਹੈ ਜੀ, ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਉਹ ਲੱਗੇ ਹੋਏ ਆ, ਪੱਥਰ ਲੱਗੇ ਹੋਏ ਆ ਵੀ ਇੱਧਰ ਨਸ਼ਾ ਵਿਕਦਾ ਹੈ। ਇਹ ਚੀਜ਼ਾਂ ਕਦੀ ਪਹਿਲਾਂ ਸੁਣੀਆਂ ਸੀ? ਅੱਜ ਨਸ਼ਾ ਜਿਹੜਾ ਹੋਮ ਡਿਲੀਵਰੀ ਹੋ ਰਹੀ ਹੈ। ਤੁਸੀਂ ਫੋਨ ਕਰੋ, ਨਸ਼ਾ ਜਿਹੜੀ ਜਗ੍ਹਾ ਤੇ ਕਹੋਗੇ ਬੰਦਾ ਉੱਥੇ ਦੇ ਕੇ ਜਾਂਦਾ ਹੈ। ਇੱਥੋਂ ਤੱਕ ਅਸੀਂ ਸੁਣ ਰਹੇ ਹਾਂ। ਇੰਨਾ ਗਰਕਿਆ ਪੰਜਾਬ ਪਹਿਲਾਂ ਕਦੀ ਨਹੀਂ ਸੀ। ਰਹੀ ਗੱਲ ਕਿ ਜਿਹੜਾ ਸਾਡੇ ਤੇ ਤੋਹਮਤ ਲਾਉਂਦੇ ਆ, ਦੇਖੋ ਮੈਂ ਸਿੱਧੀ ਜੀ ਗੱਲ ਕਰਨੀ ਆ, ਜਦੋਂ ਕਿਸੇ ਦੀ ਬਰਾਬਰੀ ਨਹੀਂ ਨਾ ਹੁੰਦੀ ਤੇ ਇੱਕੋ ਇੱਕ ਹਥਿਆਰ ਹੁੰਦਾ, ਉਹਨੂੰ ਬਦਨਾਮ ਕਰੋ। ਇਹ ਸਾਨੂੰ ਬਦਨਾਮ ਕਰਨ ਦਾ ਤਰੀਕਾ ਹੀ ਇਹਨਾਂ ਦੇ ਕੋਲ ਇੱਕ ਇਹ ਸੀ ਕਿ ਨਸ਼ੇ
ਤੇ ਜਾਂ ਫਿਰ ਧਰਮ ਦੀ ਬੇਅਦਬੀ, ਉਹ ਜਿਹੜੀ ਇਹਨਾਂ ਨੇ ਇੱਕ ਬਣਾ ਰੱਖਿਆ ਇਸ਼ੂ ਹੁਣ ਤੱਕ ਦਾ। ਸਿਰਫ ਇਹਨਾਂ ਦੋ ਮੁੱਦਿਆਂ ਤੇ ਇਹਨਾਂ ਨੇ ਸਿਆਸਤ ਕਰਕੇ ਸਰਕਾਰ ਬਣਾਈ ਹੈ। ਜੇ ਕੋਈ ਤੀਜੇ ਮੁੱਦੇ ਤੇ ਇਹਨਾਂ ਨੇ ਕਦੀ ਗੱਲ ਕੀਤੀ ਹੈ ਤੇ ਦੱਸੋ, ਕਦੀ ਇਹਨਾਂ ਦੇ ਕੋਲ ਕੋਈ ਤੀਸਰੀ ਗੱਲ ਨਹੀਂ ਹੋਈ ਕਰਨ ਵਾਸਤੇ। ਬੇਅਦਬੀ ਦੇ ਮੁੱਦੇ ਦੇ ਉੱਤੇ ਗੱਲ ਕਰ ਲਈਏ, ਕਿਉਂਕਿ ਅਕਾਲੀ ਦਲ ਤੇ ਇੱਕ ਇਲਜ਼ਾਮ ਲੱਗ ਰਹੇ ਨੇ ਕਿ ਬੇਅਦਬੀ ਉਹਨਾਂ ਨੇ ਕਰਾਈ, ਲੇਕਿਨ ਕੁੰਵਰ ਵਿਜੇ ਪ੍ਰਤਾਪ ਵੀ ਹੁਣ ਲੱਗਦਾ ਹੈ ਕੁਝ ਹਾਰੇ ਹੋਏ ਨੇ। ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ? ਦੇਖੋ, ਉਹਨਾਂ ਦੀ ਕੋਈ ਭੂਮਿਕਾ ਹੈ ਹੀ ਕਿੱਥੇ ਆ ਸਰਕਾਰ ਦੇ ਵਿੱਚ। ਮੈਨੂੰ ਤਾਂ ਇਹ ਬੜਾ ਆ ਰਿਹਾ, ਉਹਨਾਂ ਤੇ ਤਰਸ ਆ ਰਿਹਾ ਹੈ ਕਿ ਕੀ ਉਹਨਾਂ ਨੂੰ ਲਾਲਚ ਦੇ ਦੇ ਕੇ ਉਦੋਂ ਪਾਰਟੀ 'ਚ ਸ਼ਾਮਿਲ ਕਰਾਇਆ। ਆਪਾਂ ਸਾਰੇ ਇਸ ਚੀਜ਼ ਦੇ ਗਵਾਹ ਜਦੋਂ ਅੰਮ੍ਰਿਤਸਰ 'ਚ ਇੱਥੇ ਹੀ ਸ਼ਾਮਿਲ ਹੋਏ ਸੀਗੇ, ਹੈ ਨਾ, ਵੀ ਇਹਨਾਂ ਨੂੰ ਹੋਮ ਮਿਨਿਸਟਰੀ ਤੱਕ ਦਿੱਤੀ ਜਾਊਗੀ, ਇਹ ਲਾਰੇ ਉਹਨਾਂ ਨੂੰ ਲਾਏ ਸੀ। ਹੁਣ ਉਹਨਾਂ ਦੀ ਕਿਤੇ ਕੋਈ ਪੁੱਛ ਗਿੱਛ ਨਹੀਂ, ਆਮ ਐਮਐਲਏ ਵਾਂਗੂ ਜਿਸ ਤਰ੍ਹਾਂ 92 ਬਾਕੀ ਹੈਗੇ ਨੇ, ਉਹਨਾਂ ਵਿੱਚੋਂ ਇੱਕ ਕੁੰਵਰ ਵਿਜੇ ਪ੍ਰਤਾਪ ਜੀ ਹੈ। ਹੁਣ ਇਹ ਹਾਈਲਾਈਟ ਹੁੰਦੇ ਨੇ ਕਿਹੜੀ ਗੱਲ ਤੋਂ ਜੀ? ਸਿਰਫ ਬੇਅਦਬੀ ਦੇ ਇਸ਼ੂ ਤੋਂ, ਹੈ ਨਾ। ਹੁਣ ਸਰਕਾਰ ਇਹਨਾਂ ਦੀ ਆਪਣੀ ਹੈ, ਇਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਇੱਕ ਰਿਪੋਰਟ ਜਨਤਕ ਹੁੰਦੀ ਹੈ, ਸਿੱਟ ਦੀ ਰਿਪੋਰਟ ਜਨਤਕ ਹੁੰਦੀ ਹੈ, ਜਿਹਦੇ ਵਿੱਚ ਅਕਾਲੀ ਦਲ ਦੇ ਕਿਸੇ ਵਰਕਰ ਤੱਕ ਦਾ ਨਾਮ ਨਹੀਂ, ਕਿਸੇ ਪਾਰਟੀ ਦਾ ਉਹਦੇ ਵਿੱਚ ਜ਼ਿਕਰ ਨਹੀਂ ਹੈ। ਜੇ ਇੰਨਾ ਹੀ ਸੀ ਤੇ ਇਹਨਾਂ ਦੇ ਮੁੱਖ ਮੰਤਰੀ ਖੁਦ ਉਹ ਰਿਲੀਜ਼ ਕਰ ਰਹੇ ਨੇ ਤੇ ਉਹਦੇ ਤੇ ਫਿਰ ਕਾਰਵਾਈ ਕਰਦੇ। ਇਹਨਾਂ ਦੇ ਤੇ ਉੱਤੇ ਮਾਣਹਾਨੀ ਦਾ ਜਿਹੜਾ ਇਹ ਕਰਨਾ ਚਾਹੀਦਾ ਹੈ ਮੁਕੱਦਮਾ, ਕਿ ਇਹ ਹਟ ਨਹੀਂ ਰਹੇ ਇਹਨਾਂ ਚੀਜ਼ਾਂ ਤੋਂ, ਜਾਂ ਤਾਂ ਸਾਬਿਤ ਕਰੋ। ਨਾਲੇ ਜਦੋਂ ਤੁਹਾਡੀ ਸਰਕਾਰ ਹੈ, ਕਾਰਵਾਈਆਂ ਪੈ ਰਹੀਆਂ ਨੇ, ਪੁਲਿਸ ਕਦੀ ਸਾਡੇ ਪਾਰਟੀ ਪ੍ਰਧਾਨ ਨੂੰ ਬੁਲਾ ਕੇ ਜਿਹੜੀ ਸਿੱਟ ਕਰ ਰਹੀ ਹੈ, ਇਨਕੁਆਇਰੀ ਕਰ ਰਹੀ ਹੈ, ਸਾਰਾ ਉਹ ਸਹਿਯੋਗ ਦੇ ਰਹੇ ਨੇ। ਇਹ ਦੂਜੇ ਕੁ ਦਿਨ ਉੱਠ ਕੇ ਜਾ ਕੇ ਕਦੀ ਬਰਗਾੜੀ ਉੱਥੇ ਮਾਈਕ ਫੜ ਕੇ ਬੋਲਦੇ ਨੇ ਆਪਣੀ ਪਪੂਲੈਰਿਟੀ ਲਈ, ਕਿ ਦੇਖੋ ਮੈਂ ਸਿੱਖਾਂ ਲਈ ਕਿੱਡੀ ਵੱਡੀ ਨੁਮਾਇੰਦਗੀ ਕਰ ਰਿਹਾ ਨੌਨ ਸਿੱਖ ਹੋ ਕੇ, ਹੈ ਨਾ। ਇਹ ਤਾਂ ਮਤਲਬ ਕਹਿ ਲਓ ਨਾ, ਪ੍ਰਵੋਕ ਕਰਦੇ ਨੇ ਸਿੱਖਾਂ ਨੂੰ ਕਿ ਦੇਖੋ ਕਿ ਤੁਹਾਡੇ ਸਿੱਖਾਂ ਨੇ ਆਹ ਕੀਤਾ, ਮੈਂ ਤਾਂ ਸਿੱਖ ਵੀ ਨਹੀਂ ਹੈ ਤੇ ਮੈਂ ਉਹਨਾਂ ਦੀ ਕਿੰਨੀ ਅਗਵਾਈ ਕਰ ਰਿਹਾ। ਪਰ ਉਹ ਕਹਿ ਰਹੇ ਬਾਰ-ਬਾਰ ਇੱਕੋ ਗੱਲ ਬਾਰ-ਬਾਰ ਕਹਿੰਦੇ ਜੀ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੱਲ ਕੀਤੀ ਹੈ ਔਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਦਾਲਤ 'ਚ ਪੂਰਾ ਮਾਮਲਾ ਛੱਡਤਾ ਹੈ, ਗੁਰੂ ਸਾਹਿਬ ਇਨਸਾਫ ਕਰਨਗੇ। ਕਿਆ ਸਰਕਾਰ ਕੋ ਕੋਈ ਉਮੀਦ ਹੈ? ਨਹੀਂ, ਫਿਰ ਗੁਰੂ ਸਾਹਿਬ ਤੇ ਛੱਡਿਆ ਵਾ ਤੇ ਫਿਰ ਗੁਰੂ ਸਾਹਿਬ ਤੇ ਹੀ ਰਹਿਣ ਦੇਣ। ਫਿਰ ਆਪ ਕਿਉਂ ਉਹਦੇ ਬਣ ਰਹੇ ਨੇ ਬਾਰ-ਬਾਰ ਅੱਗੇ ਆ ਕੇ, ਕਿ ਫੇਮ ਲੈਂਦੇ ਨੇ, ਕਿ ਮੁੱਦਾ ਹਾਈਲਾਈਟ ਕਰਦੇ ਨੇ। ਸਰਕਾਰ ਨੂੰ ਕਹਿਣ, ਵਿਧਾਨ ਸਭਾ 'ਚ ਬੋਲਣ। ਇਦਾਂ ਬੋਲੇ ਵਿਧਾਨ ਸਭਾ 'ਚ, ਜੇ ਵਿਧਾਨ ਸਭਾ 'ਚ ਬੋਲੇ ਆ ਤੇ ਫਿਰ ਇਹਨਾਂ ਦੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਇਟ ਮੀਨਸ ਇਹ ਸਰਕਾਰ ਦੇ ਪੈਰਲਲ ਮਤਲਬ ਆਪੋਜ਼ਿਟ ਚੱਲ ਰਹੇ ਨੇ। ਮਤਲਬ ਜੇ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਇੱਥੋਂ ਇਹ ਵੀ ਸਵਾਲ ਉੱਠਦਾ ਹੈ ਨਾ ਕਿ ਕੁੰਵਰ ਪ੍ਰਤਾਪ ਸਿੰਘ ਜੀ, ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਨਹੀਂ ਹੋ ਰਹੀ, ਇਹਨਾਂ ਦੀ ਕਿਉਂ? ਬੇਅਦਬੀ ਦੇ ਮੁੱਦੇ ਤੇ ਪੁੱਛਗਿੱਛ ਨਹੀਂ ਹੋ ਰਹੀ ਕਿ ਕੁੰਵਰ ਵਿਜੇ ਪ੍ਰਤਾਪ ਜੀ ਦੀ ਪੁੱਛਗਿੱਛ ਨਹੀਂ ਹੋ ਰਹੀ? ਕੁੰਵਰ ਵਿਜੇ ਪ੍ਰਤਾਪ ਜੀ ਦੀ ਪੁੱਛਗਿੱਛ ਨਹੀਂ ਹੋ ਰਹੀ ਕਿਉਂਕਿ ਜਿਹੜਾ ਉਹ ਮੁੱਦਾ ਚੁੱਕ ਰਹੇ ਨੇ, ਸਰਕਾਰ ਉਹਨੂੰ ਕਿਉਂ ਉਹ ਕਰ ਰਹੀ, ਇਗਨੋਰ ਕਿਉਂ ਕਰ ਰਹੀ ਹੈ? ਜਦੋਂ ਤੁਹਾਡਾ ਕੋਈ ਐਡਾ ਵੱਡਾ ਚਿਹਰਾ ਪਾਰਟੀ ਦਾ, ਐਡਾ ਵੱਡਾ ਨਾਮ ਕੋਈ ਮੁੱਦਾ ਚੁੱਕ ਰਿਹਾ ਵਿਧਾਨ ਸਭਾ ਦੇ ਵਿੱਚ, ਤੇ ਸਰਕਾਰ ਉਸ ਚੀਜ਼ ਨੂੰ ਇਗਨੋਰ ਕਿਉਂ ਕਰ ਰਹੀ ਹੈ? ਉਹ ਫਿਰ ਉੱਤੇ ਕਾਰਵਾਈ ਕਰਨ। ਔਰ ਜਿਹੜੀ ਰਹੀ ਗੱਲ ਕਿ ਗੁਰੂ ਸਾਹਿਬ ਦੀ ਅਦਾਲਤ 'ਚ ਹੋਣਾ, ਉਹ ਤਾਂ ਫਿਰ ਹੋ ਹੀ ਜਾਣਾ ਹੈ। ਉਹਦੇ ਵਿੱਚ ਫਿਰ ਇਹਨਾਂ ਨੂੰ ਰਾਜਨੀਤੀ ਕਰਨ ਦੀ ਤਾਂ ਲੋੜ ਹੀ ਨਹੀਂ। ਪਰ ਬੇਅਦਬੀ ਦਾ ਮੁੱਦਾ ਫਿਰ ਮੁੱਦਾ ਹੀ ਰਹੇਗਾ ਪੰਜਾਬ ਦੇ ਵਿੱਚ। ਦੇਖੋ, ਇਹ ਤਾਂ ਹੁਣ ਇਸ ਸਰਕਾਰ ਤੇ ਹੈ। ਇਹਨਾਂ ਨੇ ਆਉਂਦਿਆਂ ਕਿਹਾ ਸੀ 24 ਘੰਟੇ ਦਿਓ, ਐਦਾਂ ਚੁਟਕੀਆਂ ਮਾਰਦੇ ਆਏ, 24 ਘੰਟੇ ਦਿਓ। 에ਅਰਪੋਰਟ ਤੇ ਖੜੇ ਹੋ ਕੇ ਕੇਜਰੀਵਾਲ ਨੇ ਇੰਨੀ ਗੱਲ ਕਹੀ ਸੀਗੀ ਜਦੋਂ ਇੱਥੇ ਆਏ ਚੰਡੀਗੜ੍ਹ, ਤੇ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹਦਾ ਇਨਸਾਫ ਦੇਵਾਂਗੇ। ਅੱਜ ਕਿੰਨੇ ਮਹੀਨੇ ਹੋ ਗਏ ਆ? 24 ਘੰਟੇ ਤਾਂ ਛੱਡੋ, ਹੋਰ ਕਿੰਨਾ ਸਮਾਂ ਚਾਹੀਦਾ? ਕਮ ਸੇ ਕਮ ਇਹੀ ਇੱਕ ਬੰਦੇ ਨੂੰ ਕਹਿੰਦਾ ਹੁੰਦਾ ਕਿ ਧਰਵਾਸ ਦੇ ਦਿਓ ਲੋਕਾਂ ਨੂੰ ਕਿ ਹਾਂ ਇੰਨਾ ਚਿਰ ਤੱਕ ਅਸੀਂ ਇਹ ਮਸਲਾ ਹੱਲ ਕਰ ਦਾਂਗੇ। ਕੋਈ ਗੱਲ ਹੀ ਨਹੀਂ ਕਰਦਾ, ਕੋਈ ਨਿਆਂ ਹੀ ਨਹੀਂ ਦਿੰਦੇ। ਬਸ ਜਾ ਕੇ ਮੋਰਚਿਆਂ ਤੇ ਬਹਿ ਕੇ ਭਾਸ਼ਣ ਦੇ ਰਹੇ ਨੇ, ਗਰਮ ਲਫ਼ਜ਼ਾਂ ਦੇ ਵਿੱਚ ਇਦਾਂ ਬੋਲਦੇ ਆ, ਤੱਤੇ ਭਾਸ਼ਣ ਅੱਜ ਕੱਲ੍ਹ ਬੜਾ ਰਿਵਾਜ ਚੱਲ ਰਿਹਾ ਸਾਰੇ ਪਾਸੇ। ਉਹੀ ਇਹ ਫੋਲੋ ਕਰ ਰਹੇ ਆ ਕਿ ਇਦਾਂ ਕਰਕੇ ਤੇ ਲੋਕਾਂ 'ਚ ਹਮਦਰਦੀ ਲਈਏ। ਅਸਲ 'ਚ ਜੋ ਕਾਨੂੰਨੀ ਕਾਰਵਾਈ ਨਾਲ ਮਸਲਾ ਹੱਲ ਹੋਣਾ ਹੈ ਉਹ ਉੱਥੇ ਹੀ ਹੋਣਾ। ਇਦਾਂ ਬੋਲਣ ਨਾਲ, ਰੌਲਾ ਪਾਉਣ ਨਾਲ ਨਹੀਂ ਮਸਲਾ ਹੱਲ ਹੋਣਾ। ਜੋ ਕਾਨੂੰਨ ਮੁਤਾਬਕ ਜੋ ਕਾਗਜ਼ਾਂ ਦੇ ਵਿੱਚ ਜੋ ਚੀਜ਼ ਉੱਥੇ ਬਿਆਨ ਦਰਜ ਹੋਏ ਨੇ ਹੁਣ ਤੱਕ, ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਚੀਜ਼ ਹੋਣੀ ਹੈ। ਇਦਾਂ ਕਿਸੇ ਦੇ ਕਹਿਣ ਤੇ ਨਹੀਂ ਕਿਸੇ ਨੇ ਕਿਸੇ ਨੂੰ ਫੜ ਕੇ ਅੰਦਰ ਕਰ ਦੇਣਾ। ਅੰਦਰ ਕਰਤਾ ਸੀ ਕੱਲ ਇੱਕ ਮਦਨ ਮੋਹਨ ਜਿਹੜੇ ਮੰਤਰੀ ਨੇ, ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਰਹੇ ਨੇ, ਉਹਨਾਂ ਦੇ ਉੱਤੇ ਪਰਚਾ ਦਿੱਤਾ, ਕਹਿੰਦੇ ਘੁਟਾਲਾ ਸੀ, ਇਹ ਰਿਸ਼ਵਤ ਦੇਣ ਆਏ ਤੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ। ਮੇਰੇ ਨੌਲੇਜ ਇਸ ਟਾਈਮ ਹੈ ਨਹੀਂ, ਮੈਂ ਥੋੜਾ ਜਿਹਾ ਸੁਣਿਆ ਸੀਗਾ, ਬਟ ਮੈਂ ਇਸ ਮੈਟਰ ਨੂੰ ਮੈਂ ਹਜੇ ਪੂਰਾ ਸਟੱਡੀ ਨਹੀਂ ਕੀਤਾ। ਕਾਂਗਰਸੀਆਂ ਦੇ ਪਿਛਲੇ ਭਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। 200 ਕਰੋੜ ਦਾ ਟੈਂਡਰ ਘੁਟਾਲੇ ਦੀ ਗੱਲ ਆਂਦੀ ਹੈ। ਹੁਣ ਭਾਜਪਾ ਦੇ ਇੱਕ ਆਗੂ ਨੂੰ ਫੜਿਆ ਜਾਂਦਾ, ਠੀਕ ਹੈ, ਉਸ ਵੇਲੇ ਉਹ ਕਾਂਗਰਸ 'ਚ ਮੰਤਰੀ ਸੀਗੇ, ਪਰ ਕਾਰਨ ਤੇ ਇਹ ਹੈ ਸਰਕਾਰ ਕਹਿ ਰਹੀ ਹੈ ਜੀ ਕਿ ਜੋ ਘੁਟਾਲੇ ਉਹਨਾਂ ਨੇ ਕੀਤੇ ਹੈ ਅਸੀਂ ਪਰਦਾਫਾਸ਼ ਉਹਦਾ ਕਰ ਰਹੇ ਹਾਂ। ਨਹੀਂ, ਬਹੁਤ ਵਧੀਆ ਗੱਲ ਹੈ ਜੇ ਕਰ ਰਹੇ ਆ ਤੇ ਫਿਰ ਕਰਨ, ਇਸੇ ਤਰ੍ਹਾਂ ਲਾ ਕੇ ਕੰਮ ਕਰਨ। ਜਿਹੜੀ ਚੀਜ਼ ਚੰਗੀ ਕਰਨਗੇ ਆਪਾਂ ਸਹਿਯੋਗ ਕਰਦੇ ਆ। ਜ਼ਰੂਰੀ ਨਹੀਂ ਕਿ ਆਪਾਂ ਹਰ ਵਾਰੀ ਇਹਨਾਂ ਦੀਆਂ ਬੁਰਾਈਆਂ ਹੀ ਅੱਗੇ ਕਰ ਰਹੇ ਆ। ਜੇ ਕੋਈ ਚੰਗਾ ਕਰਨਗੇ ਤੇ ਕਰਾਂਗੇ। ਜੇ ਉਸ ਮੰਤਰੀ ਨੇ ਕੁਝ ਗਲਤ ਕੀਤਾ, ਫੜ ਕੇ ਅੰਦਰ ਦਿੱਤਾ ਹੈ, ਤੇ ਹੋਰ ਜਿੰਨਿਆਂ ਦੀ ਰਿਪੋਰਟ ਹਜੇ ਪਈ ਹੈ ਪੈਂਡਿੰਗ, ਜਿਹੜੀ ਕਿ ਚਰਨਜੀਤ ਸਿੰਘ ਚੰਨੀ ਤੇ ਕੈਪਟਨ ਸਾਹਿਬ ਵਰੀ ਵੀ ਇਹ ਬੜਾ ਕਹਿੰਦੇ ਰਹੇ ਨਾ ਕਿ ਬੜੀਆਂ ਰਿਪੋਰਟਾਂ ਨੇ ਅਸੀਂ ਅੱਗੇ ਰੱਖਣੀਆਂ। ਹੁਣ ਰੱਖਣ, ਫਿਰ ਹੁਣ ਕਰਨ ਨਾ। ਉਦੋਂ ਤੇ ਬੜਾ ਕੁਝ ਇਹ ਇੱਕ ਦੂਜੇ ਨੂੰ ਬਲੈਕਮੇਲ ਹੀ ਕਰਦੇ ਨੇ। ਹੁਣ ਜਦੋਂ ਸਾਰਾ ਕੁਝ ਹੋ ਸਕਦਾ ਹੈ ਤੇ ਫਿਰ ਅੱਗੇ ਕਰਨ। ਹੁਣ ਬਾਕੀਆਂ ਨੂੰ ਵੀ ਅੰਦਰ ਕਰਨ। ਬਹੁਤ ਨੇ, ਇੱਕ ਨਾਮ ਥੋੜੀ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਇਕੱਲਾ ਆਖਰੀ ਸਵਾਲ ਤੁਹਾਨੂੰ ਕਰਾਂਗੇ ਕਿ ਚਰਨਜੀਤ ਸਿੰਘ ਚੰਨੀ ਵਿਦੇਸ਼ ਗਏ, ਵਾਪਸ ਹੀ ਨਹੀਂ ਆਏ।
ਇਹ ਤਾਂ ਹੁਣ ਚੰਨੀ ਸਾਹਿਬ ਆ, ਉਹ ਪਿੱਛੇ ਜੋ ਆਈਆਂ ਸੀ ਫੋਟੋਆਂ ਉਹਨਾਂ ਦੀਆਂ, ਕੁਝ ਪਤਾ ਨਹੀਂ ਪੜ੍ਹਾਈ ਕਰ ਰਹੇ ਨੇ ਉੱਥੇ ਸ਼ਾਇਦ, ਕਿ ਪਤਾ ਨਹੀਂ ਕਹਿੰਦੇ ਕਿ ਕਾਂਗਰਸ ਕਿਉਂ ਹਾਰੀ ਆ, ਮੈਂ ਇਹਦੇ ਤੇ ਰਿਸਰਚ ਕਰ ਰਿਹਾ, ਪਤਾ ਨਹੀਂ ਇਹਦਾ ਹੁਣ ਵਿਸ਼ਾ ਹੀ ਉਹ ਹੋ ਗਿਆ ਵਾ ਕਿ ਛੱਲਾ ਮੁੜ ਕੇ ਨਹੀਂ ਆਇਆ। ਹੁਣ ਪਤਾ ਨਹੀਂ ਇਹ ਕੀ ਹੈ, ਉਹਨਾਂ ਦੇ ਮਨ ਮੇਰ ਪਵੇ ਆਣ, ਪੰਜਾਬ ਨੇ ਇੰਨਾ ਮਾਣ ਬਖਸ਼ਿਆ ਉਹਨਾਂ ਨੂੰ, ਮਤਲਬ ਮੁੱਖ ਮੰਤਰੀ ਬਣਾਇਆ ਸੀ, ਉਹਨਾਂ ਦੀ ਪਾਰਟੀ ਨੇ ਇੰਨਾ ਮਾਣ ਬਖਸ਼ਿਆ, ਉਹਨਾਂ ਨੂੰ ਆਉਣਾ ਤੇ ਚਾਹੀਦਾ, ਆਗੇ ਹਾਲਾਤ ਦੇਖਣ ਵੀ ਪੰਜਾਬ ਦਾ ਕੀ ਹਾਲ ਹੋ ਰਿਹਾ ਤੇ ਥੋੜਾ ਜਾ ਕੇ ਉਹ ਵੀ ਆਪਣਾ ਯੋਗਦਾਨ ਪਾਉਣ। ਪੰਜਾਬ ਦੀ ਰਾਜਨੀਤੀ 'ਚ ਵੈਸੇ ਵੀ ਬੜੀ ਸੁਨਸਾਨ ਜੀ ਪਈ ਹੈ ਇਸ ਟਾਈਮ, ਕੋਈ ਹੋ ਨਹੀਂ ਰਿਹਾ ਕੋਈ ਉਸ ਲੈਵਲ ਦਾ ਜਿੱਦਾਂ ਉਹ ਮਨੋਰੰਜਨ ਕਰ ਰੱਖਦੇ ਸੀਗੇ। ਮੁੱਖ ਮੰਤਰੀ ਦਾ ਕੰਮ ਤਾਂ ਘੱਟ ਹੀ ਕੀਤਾ ਉਹਨਾਂ ਨੇ ਵੀ, ਉਹ ਮਨੋਰੰਜਨ ਜ਼ਿਆਦਾ ਕਰਦੇ ਸੀ ਲੋਕਾਂ ਦਾ। ਤੇ ਚਲੋ ਵੈਸੇ ਆ ਮੁੱਖ ਮੰਤਰੀ ਵੀ ਘੱਟ ਨਹੀਂ ਹੈ, ਜੋ ਵੀ ਇਹਨਾਂ ਦਾ ਕਹਿ ਲਓ ਨਾ ਪ੍ਰੋਫੈਸ਼ਨ ਸੀ ਅਸਲ 'ਚ, ਜੋ ਕਮੇਡੀਅਨ ਸੀਗੇ ਕੰਮ ਇਹ ਇਹੋ ਹੀ ਕਰ ਰਹੇ ਨੇ। ਮੁੱਖ ਮੰਤਰੀ ਵਾਲੇ ਕੰਮ ਤਾਂ ਭਗਵੰਤ ਮਾਨ ਜੀ ਵੀ ਨਹੀਂ ਕਰ ਰਹੇ। ਕਹਿੰਦੇ ਜੀ ਹਸਾ ਹੀ ਰਹੇ ਲੋਕਾਂ ਨੂੰ, ਅਸੀਂ ਕਿਹੜੀ ਦੁੱਖ ਦੇ ਰਹੇ ਹਾਂ। ਨਹੀਂ ਹਸਾਉਣਾ ਵਾ, ਵੇਖੋ ਇਹਨਾਂ ਨੇ ਕਿਹਾ ਸੀ ਵੀ ਚੁੱਲ੍ਹਿਆਂ ਦੀ ਅੱਗ ਤੇ ਸਿਵਿਆਂ ਦੀ ਅੱਗ, ਇਹ ਕੰਪੈਰੀਜ਼ਨ ਕਰਦੇ ਹੁੰਦੇ ਸੀ ਨਾ, ਵੀ ਘਰ ਦੇ ਵਿੱਚ ਬੰਦੇ ਦੇ ਹਾਸੇ ਵੀ ਉਦੋਂ ਚੰਗੇ ਲੱਗਦੇ ਆ ਜੇ ਉਹਦੇ ਚੁੱਲ੍ਹੇ 'ਚ ਅੱਗ ਬਲਦੀ ਆ। ਜਿਸ ਘਰ ਦੀਆਂ ਨਸ਼ੇ ਦੇ ਵਿੱਚ, ਮਤਲਬ ਘਰ ਦੇ ਵਿੱਚ ਲਾਸ਼ਾਂ ਜਾ ਰਹੀਆਂ ਨੇ ਨਸ਼ੇ ਕਰਕੇ, ਜਿਸ ਘਰੋਂ ਜਨਾਜ਼ੇ ਉੱਠ ਰਹੇ ਨੇ, ਉੱਥੇ ਹਾਸੇ ਚੰਗੇ ਨਹੀਂ ਲੱਗਦੇ। ਇਹਨਾਂ ਨੂੰ ਹੁਣ ਨਹੀਂ ਦਿਖ ਰਿਹਾ ਵੀ ਤੁਸੀਂ ਹਸਾਉਂਦੇ ਚੰਗੇ ਲੱਗ ਰਹੇ ਜੇ, ਤੁਹਾਨੂੰ ਸ਼ਰਮ ਨਹੀਂ ਆ ਰਹੀ ਇਹਨਾਂ ਨੂੰ ਇਹ ਗੱਲ ਕਰਦੇ ਆ ਵੀ ਮੈਂ ਹਸਾ ਰਿਹਾ ਹਾਂ। ਹਸਾਉਣ ਵਾਸਤੇ ਪਹਿਲਾਂ ਲੋਕਾਂ ਦੇ ਘਰਾਂ 'ਚ ਰੋਟੀ ਦਾ ਪੱਕਣ ਲਾ ਦਿਓ। ਉਹ ਜਿਹੜੇ ਬੇਰੋਜ਼ਗਾਰ ਕਰ ਛੱਡੇ ਜੇ, ਪਟਵਾਰੀ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ, ਉਹਨਾਂ ਨੂੰ ਲਿਆ ਤੁਸੀਂ ਭਰਤੀਆਂ ਕਰ ਰਹੇ ਹੋ। ਨੌਜਵਾਨ ਤੁਹਾਡੇ ਮੂੰਹ ਕੰਨੀ ਝਾਕਣ ਦਏ ਆ ਵੀ ਅਸੀਂ ਕਿੱਧਰ ਜਾਈਏ, ਜਦ ਕਿ ਨੌਜਵਾਨਾਂ ਦਾ ਸਭ ਤੋਂ ਵੱਡਾ ਰੋਲ ਸੀ ਇਹਨਾਂ ਨੂੰ ਜਿਤਾਉਣ ਵਿੱਚ। ਉਹ ਵਿਚਾਰੇ ਦੇਖ ਰਿਹਾ ਹੁਣ ਅਸੀਂ ਕਿੱਥੇ ਜਾਈਏ। ਇੱਕ ਪਾਸੇ ਕਹਿੰਦੇ ਵਿਦੇਸ਼ ਨਾ ਜਾਓ, ਤੁਸੀਂ ਤਾਂ ਰਾਹ ਨਹੀਂ ਛੱਡ ਰਹੇ ਕਿਸੇ ਵਾਸਤੇ ਕਿਤੇ ਹੋਰ ਜਾਣ ਦਾ, ਪੰਜਾਬ 'ਚ ਰਹਿਣ ਜੋਗਾ ਤੁਸੀਂ ਛੱਡ ਹੀ ਨਹੀਂ ਰਹੇ ਕਿਸੇ ਨੂੰ। ਤੇ ਗੱਲਾਂ ਇਹ ਇੰਨੀਆਂ ਵੱਡੀਆਂ ਕਰ ਰਹੇ ਨੇ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸ਼ੁਕਰੀਆ। ਐਸਨ ਰੂਪਕੌਰ ਸੰਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਤਾਂ ਅਕਾਲੀ ਦਲ ਵੱਲੋਂ ਉਹਨਾਂ ਨੇ ਆਪਣੀ ਰਾਏ ਪੇਸ਼ ਕੀਤੀ। 7 ਮਹੀਨੇ ਦੀ ਸਰਕਾਰ ਦੇ ਉੱਤੇ ਉਹਨਾਂ ਨੇ ਕਟਾਸ ਕੀਤਾ ਤੇ ਨਾਲ ਹੀ ਨਾਲ ਕਾਂਗਰਸ ਤੇ ਦੂਸਰੇ ਨਾਲ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ ਨੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।